ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਜਦਾ ਕਰਦਿਆਂ ਹੋਇਆਂ ਜੇ ਗੱਲ ਕਰੀਏ ਤੇ ਸ਼ਹੀਦੀ ਦੇ ਤਿੰਨ ਮੁੱਖ ਕਾਰਨ ਮੰਨੇ ਜਾਂਦੇ ਨੇ। ਪਹਿਲਾ ਕਾਰਨ ਕਿ ਜਹਾਂਗੀਰ ਦਾ ਪੁੱਤਰ ਖੁਸਰੋ ਜੋ ਕਿ ਦੌੜਿਆ ਸੀ ਤੇ ਉਹਨੂੰ ਬਾਗੀ ਕਰਾਰ ਦਿੱਤਾ ਗਿਆ ਸੀ, ਉਹ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਦੇ ਚਰਨਾਂ 'ਚ ਪੁੱਜਿਆ। ਉੱਥੇ ਉਹਨੂੰ ਲੰਗਰ ਵੀ ਮਿਲਿਆ ਤੇ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਕੋਲ ਕੁਝ ਸਮਾਂ ਰੱਖਿਆ ਵੀ। ਤੇ ਇਸ ਗੱਲ ਨੂੰ ਹਕੂਮਤ ਨੇ ਕਿਹਾ ਕਿ ਤੁਸੀਂ ਬਾਗੀ ਦੀ ਮਦਦ ਕੀਤੀ ਹੈ, ਇਸ ਦਾ ਮਤਲਬ ਕਿ ਬਗਾਵਤ ਕੀਤੀ ਹੈ। ਤੇ ਦੂਜਾ ਕਾਰਨ ਜਹਾਂਗੀਰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਦਰਜ ਨਹੀਂ ਕੀਤੀ ਹੈ, ਤੁਸੀਂ ਇਸਲਾਮ ਨਾਲ ਵੈਰ ਰੱਖਦੇ ਹੋ। ਤੇ ਤੀਜਾ ਕਾਰਨ ਚੰਦੂ ਦੀ ਬੱਚੀ ਦਾ ਰਿਸ਼ਤਾ ਮੋੜ ਦੇਣਾ, ਇਸ ਨੂੰ ਵੀ ਚੰਦੂ ਨੇ ਕਿਤੇ ਜਹਾਂਗੀਰ ਬਾਦਸ਼ਾਹ ਦੀ ਕਚਹਿਰੀ ਵਿੱਚ ਵੀ ਆਪਣਾ ਇਹ ਕੇਸ ਰੱਖਿਆ। ਪਰ ਇਹ ਤਿੰਨੇ ਕਾਰਨ ਜਿਹੜੇ ਸਨ ਇਹ ਝੂਠੇ ਸਨ, ਕਿਉਂਕਿ ਗੁਰੂ ਦਰਬਾਰ ਕਦੀ ਵੀ ਕਿਸੇ ਨੂੰ ਪੁੱਛ ਕੇ ਲੰਗਰ ਨਹੀਂ ਛਕਾਉਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਇਸ ਕਰਕੇ ਖੁਸਰੋ ਦੇ ਦਾਦਾ ਅਕਬਰ ਨੇ ਜੇ ਲੰਗਰ ਗੁਰੂ ਦੀ ਪੰਗਤ 'ਚ ਬੈਠ ਕੇ ਛਕਿਆ ਸੀ ਤੇ ਖੁਸਰੋ ਦਾ ਲੰਗਰ ਛਕਣਾ ਕਿਹੜਾ ਬਗਾਵਤ ਹੋ ਗਿਆ। ਇਹ ਗੱਲ ਸਿੱਧੀ ਪੈ ਗਈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਜੇ ਕਿਤੇ ਭੀਖਨ ਜੀ ਦੀ ਤੇ ਫਰੀਦ ਜੀ ਦੀ ਬਾਣੀ ਦਰਜ ਹੈ ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਇਸਲਾਮ ਨਾਲ ਵੈਰ ਰੱਖਦੇ ਹਾਂ। ਇੱਥੇ ਲਿਖਿਆ ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਇੱਥੇ ਤੇ ਕਿਹਾ ਜਾ ਰਿਹਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਗੱਲ ਵੀ ਸਿੱਧੀ ਪੈ ਗਈ। ਤੇ ਹੁਣ ਤੀਜੀ ਗੱਲ ਚੰਦੂ ਦੀ ਬੱਚੀ ਦਾ ਰਿਸ਼ਤਾ ਮੋੜਨਾ ਕਿਹਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਰਿਸ਼ਤਾ ਸੀ ਮੋੜਿਆ ਨਹੀਂ ਸੀ, ਪ੍ਰਵਾਨ ਕੀਤਾ ਸੀ। ਪਰ ਇਸ ਚੰਦੂ ਨੇ ਅਹੰਕਾਰ ਵਿੱਚ ਆ ਕੇ ਤੇ ਕਹਿ ਦਿੱਤਾ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਹੋ, ਭਾਵ ਕਿ ਮੈਂ ਬਾਦਸ਼ਾਹ ਦਾ ਦੀਵਾਨ ਬਾਦਸ਼ਾਹ ਵਰਗਾ ਤੇ ਉਹ ਫਕੀਰਾਂ ਦਾ ਘਰ ਗੁਰੂ ਨਾਨਕ ਦਾ, ਉੱਥੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਦੇ ਆਇਓ। ਅੰਦਰੋਂ ਭਾਵੇਂ ਖੁਸ਼ ਵੀ ਸੀ, ਪਰ ਜਦ ਇਹੋ ਜਿਹੇ ਬੋਲ ਬੋਲੇ ਤੇ ਦਿੱਲੀ ਦੀ ਸੰਗਤ ਨੇ ਪੱਤਰਿਕਾ ਲਿਖ ਕੇ ਭੇਜ ਦਿੱਤੀ, ਸਤਿਗੁਰੂ ਜੀ ਇਸ ਅਹੰਕਾਰੀ ਦੀ ਬੱਚੀ ਦਾ ਰਿਸ਼ਤਾ ਹੁਣ ਪ੍ਰਵਾਨ ਨਹੀਂ ਕਰਨਾ। ਤੇ ਸਤਿਗੁਰੂ ਕਹਿੰਦੇ ਕਿ ਬਈ ਸਲਾਹ ਮਸ਼ਵਰਾ ਕਰਕੇ ਸਿੱਖਾਂ ਨਾਲ ਤੇ ਸੰਗਤ ਦਾ ਜੋ ਕਿਹਾ ਸੀ ਉਹਨੂੰ ਹੁਕਮ ਮੰਨ ਕੇ ਇਹ ਰਿਸ਼ਤਾ ਅਸੀਂ ਪ੍ਰਵਾਨ ਨਹੀਂ ਕੀਤਾ। ਇਹ ਮੋੜਿਆ ਨਹੀਂ ਸੀ, ਅਸੀਂ ਤੇ ਪ੍ਰਵਾਨ ਕੀਤਾ ਸੀ। ਮੋੜਿਆ ਇਹਦੇ ਅਹੰਕਾਰ ਨੇ। ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਦੀ ਸਾਂਝ ਨਹੀਂ ਪੈ ਸਕਦੀ। ਜਦ ਤਿੰਨੇ ਗੱਲਾਂ ਸਿੱਧੀਆਂ ਪੈ ਗਈਆਂ ਤੇ ਉਦੋਂ ਕੋਈ ਜਵਾਬ ਨਹੀਂ ਸੀ। ਜੋ ਸੋਚ ਚੁੱਕੇ ਸਨ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਤੋਂ ਜਿੰਦਾ ਵਾਪਸ ਜਾਣ ਨਹੀਂ ਦੇਣਾ ਹੈ ਤੇ ਬਹਾਨਾ ਬਣਾ ਲਿਆ ਤੇ ਕਹਿ ਦਿੱਤਾ ਕਿ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ, 2 ਲੱਖ ਰੁਪਏ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਓ। ਸਤਿਗੁਰੂ ਜੀ ਨੇ ਕਿਹਾ ਇਹ ਨਹੀਂ ਹੋ ਸਕਦਾ, ਅਸੀਂ ਸੱਚ ਤੇ ਖੜਾ ਹੋਣਾ ਹੈ। ਤੇ ਮੁੱਕਦੀ ਗੱਲ ਕਿ ਯਾਸਾ ਕਾਨੂੰਨ ਅਧੀਨ ਸ਼ਹੀਦੀ ਦੇਣ ਦਾ ਹੁਕਮ ਦੇ ਦਿੱਤਾ ਗਿਆ ਹਕੂਮਤ ਵੱਲੋਂ ਤੇ ਸਤਿਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ। ਚੰਦੂ ਨੇ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਹੋਈਆਂ ਸਨ, ਜਲਾਦ ਸਨ। ਇੱਥੇ ਸਤਿਗੁਰੂ ਜੀ ਨੂੰ ਤਤੀਆਂ ਤਵੀਆਂ ਉੱਤੇ ਬਿਠਾਇਆ ਗਿਆ, ਗਰਮ ਰੇਤ ਦੇ ਕੜਛੇ ਪਾਏ ਗਏ, ਉਬਲਦੇ ਪਾਣੀ 'ਚ ਉਬਾਲਿਆ ਗਿਆ। ਜਦ ਸਾਈਂ ਮੀਆਂ ਮੀਰ ਨੂੰ ਪਤਾ ਲੱਗਾ ਉਹ ਦੌੜਦਾ ਆਇਆ ਤੇ ਜਦ ਸਤਿਗੁਰੂ ਜੀ ਦੇ ਸਰੀਰ ਦੀ ਇਹ ਹਾਲਤ ਵੇਖੀ, ਸਰੀਰ ਸੜਿਆ ਹੋਇਆ ਭੁੱਜਿਆ ਹੋਇਆ, ਮਾਸ ਲਮਕ ਰਿਹਾ ਏ, ਤੇ ਇੱਕ ਵਾਰੀ ਵੇਖ ਕੇ ਬਰਦਾਸ਼ਤ ਨਾ ਕਰ ਸਕਿਆ, ਬੇਹੋਸ਼ ਹੋ ਕੇ ਡਿੱਗ ਗਿਆ। ਜਿਸ ਵੇਲੇ ਸੁਰਤ ਕਾਇਮ ਹੋਈ ਤੇ ਕਹਿ ਦਿੱਤਾ ਸਤਿਗੁਰੂ ਜੀ ਇਹ ਕੀ ਖੇਡ ਵਰਤਾ ਰਹੇ ਹੋ, ਜੇ ਤੁਸੀਂ ਹੁਕਮ ਕਰੋ ਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਕੇ ਤਬਾਹ ਕਰਦੇ ਹਾਂ, ਜੇ ਤੁਸੀਂ ਚਾਹੋ ਤੇ ਹੁਕੂਮਤ ਨੂੰ ਵੱਡੀ ਤੋਂ ਵੱਡੀ ਸਜ਼ਾ ਦੇ ਸਕਦੇ ਹੋ, ਪਰ ਇਹ ਬਰਦਾਸ਼ਤ ਕਿਉਂ ਕਰ ਰਹੇ ਹੋ।
सुन केहा सतगुरु मियाँ छोड़ो प्रीति चाम से, क्या हुआ तन तप रहा मन शांत है हरि नाम से। क्या हुआ तन तप रहा मन शांत है हरि नाम से, की होया तन तप रहा मन ते मेरा ठंडा है ना। उस मालक वाहिगुरू जी दा हुक्म है ते ओनू मनना है। मीत करे सोई हम माना, मीत के करतब कुशल समाना। तेरा किया मीठा लागै हर नाम पदार्थ नानक मांगै। विद्वान ने कहा कि ऐ इस देश दे लोको ते सिखो, कदी इंसाफ ते करो कि तुहाडे धर्म नूं बचाउण लई गुरुआं ने किहो जी शहीदियां दित्तियां ने। कहंदे जेदे सीस ते कदी सी कलश झुलदे, गरम रेत दे कड़छे पवा रिहा सी। कई पहर अंगियारां दी सेज बह के शांतमई दे पूरने पा रिहा सी। खा के देग दे विच उबालियां नूं ओ फेर भी सतनाम वाहिगुरू गा रिहा सी। कहना सौखा सुनना भी बहुत ही सौखा, औखी गल है अमल कमाउण लई। दास कह रहा है तुसी सुन रहे हो बड़ी सौखी गल है, पर कमाउणा बड़ा औखा है। कहना सौखा सुनना भी बहुत ही सौखा, औखी गल है अमल कमाउण वाली। वो ये तां मूरत ही केवल रब दी सी। ततियां तवियां ते बैठ के भी सुखमनी गा रिहा सी। ततियां तवियां ते बैठ के भी सुखमनी गा रिहा सी। पंज दिन लगातार तसीहे दिते। अखीरला दिन जिस दिन सतगुरु जी ने शरीर छड्डिया, हुकूमत ते जालम चंदू ये बहाने नाल रावी दरिया वाल लै गए भी इशनान कराउण दे बहाने उत्थे ही रोड़ देंगे। ते जिस वेले लाहौर दी गलियां विचों लंघे ते लाहौर दे रहन वाले लोग गुरु अर्जन देव साहब जी दे उपकार भुल्ले नहीं सन। जद महामारी आई सी, सतगुरु ने अमृतसर तो आके इत्थे दवाखाने ला दिते सन, लंगर लाए सन, लोथां संभालियां सन, उन्हां दे संस्कार कीते सन ते मुसलमान तरीके नाल उन्हां नूं दफनाया भी सी, सब कुछ कीता सी। वो लोग गुरु दे दीदार करन लई अपने मकानां दी छतां ते खड़े सन, गलियां विच। जद वेखिया हैरान हो गए, भुब्बां निकल गईयां सतगुरु जी दा शरीर वेख के। ते विचों किसे ने आवाज़ मार के कह दिता कि अज जालमां ने सच दी आवाज़ नूं दबा दिता है। ते गुरु अर्जन देव साहब जी ने बड़ी वजह दे चा के कहा कि ये सच दी आवाज़ दबा नहीं सकणगे, पर जे तुसी कहंदे हो मेरी सदा को दबाना तो मुमकिन है, मगर बदलते वक्त की रफ्तार को कौन रोकेगा। फासलो आदशा अहन बहुत बुलंद सही, मगर हयात की ललकार को कौन रोकेगा। इन्हां दी जुल्म दी दीवारां बहुत उच्चियां सही, पर जो मैं शहीदी दे के एक जिंदगी दी ललकार दे चलिया, उन्हों कौन रोक सकेगा। शहीद की जो मौत है वो कौम की हयात है, हयात तो हयात वो मौत भी हयात है, वो ते मौत भी जिंदगी बन जाती है। फासलो आहन बहुत बुलंद सही, मगर हयात की ललकार को कौन रोकेगा। मेरे ख्यालों की परवाज को रोकने वालों, मेरे हर गोबिंद की तलवार को कौन रोकेगा। मेरे हर गोबिंद की तलवार को कौन रोकेगा। फिर कोई रोक भी नहीं सी सकिया। अखीरली गल करां कि जद सतगुरु जी नूं रावी दरिया वल ले जाया जा रहा ते ओ शरीर की हालत वेख के विचों किसी ने रोंदियां कह दिता पुकार करके कि अज जालमां ने सिक्खी दे बूटे नूं साड़ दिता है, अज दिन तो बाद कोई सिख बनन लई तैयार नहीं होवेगा। ते गुरु अर्जन देव साहब सतगुरु जी ने उदों बड़ी वजह दे चा के कहा कि तुहाडा भुलेखा है, सिक्खी दा बूटा सड़िया नहीं है, अज सगों इनू पानी अमृत पाया गया है। ये खून नहीं मेरा सड़िया, इते इस बूटे नू अमृत पिया है। ते तुसी देखोगे कुछ ही दिनां च फुल इसदे खिलर जाणगे, इंज संसार अंदर कोई चांदनी चौक नू भाग लासी चढ़ के देश दे दर्द प्यार अंदर। गुरु तेग बहादुर साहब जी वालों इशारा है,
ਕੋਈ ਚਾਂਦਨੀ ਚੌਕ ਨੂੰ ਭਾਗ ਲਾਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉਠੂਗੀ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਰੁੱਤ ਬਹਾਰ ਭਰੀ ਜਵਾਨੀ। ਦੋ ਵੱਡੇ ਸਾਹਿਬਜ਼ਾਦੇ ਜਦ ਚਮਕੌਰ ਦਾ ਸਾਕਾ ਵਾਪਰੇਗਾ ਤੇ ਉਹਨਾਂ ਦੇ ਕਰਕੇ ਉਹ ਚਮਕੌਰ ਖਿੜ ਉਠੇਗਾ। ਮਹਿਕ ਉਠੂਗੀ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੁਰਤ ਬਹਾਰ ਅੰਦਰ, ਅੱਧ ਖਿੜੇ ਹੀ ਟਾਹਣੀਆਂ ਤੋਂ ਤੋੜ ਕੇ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਅੱਧ ਖਿੜੇ ਫੁੱਲ, ਨਿੱਕੀਆਂ ਜੰਦਾਂ ਵੱਡੇ ਸਾਕੇ, ਅੱਧ ਖਿੜੇ ਹੀ ਟਾਹਣੀਆਂ ਤੋਂ ਤੋੜ ਕੇ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਬਣੀ ਰਹੇਗੀ ਸਦਾ ਰੁੱਤ ਬਹਾਰ ਇਸ ਤੇ, ਲਾਗੇ ਖਿਜਾਨੇ ਇਸ ਦੇ ਟੁਕਣਾ ਨਹੀਂ, ਲੱਗੀ ਔੜ ਤਿਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਹ ਬਚਨ ਸੱਤ ਵੀ ਹੋਏ। ਚਾਂਦਨੀ ਚੌਕ ਦੇ ਵਿੱਚ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਕਾਜੀ ਕੋਤਵਾਲ ਜੱਲਾਦ ਖੜੇ ਨੇ ਤੇ ਕਹਿੰਦੇ ਨੇ, ਵੇਖੋ ਮਤੀ ਦਾਸ ਸਤੀ ਦਾਸ ਦਿਆਲਾ ਜੀ ਦਾ ਕੀ ਹਾਲ ਕੀਤਾ ਹੈ, ਛੱਡਾਂਗੇ ਅਸੀਂ ਤੁਹਾਨੂੰ ਵੀ ਨਹੀਂ। ਤੇ ਕਾਜੀ ਕਹਿੰਦਾ ਮੈਂ ਖਾਨਦਾਨੀ ਕਾਜ਼ੀ ਹਾਂ, ਕੋਤਵਾਲ ਕਹਿੰਦਾ ਮੈਂ ਖਾਨਦਾਨੀ ਕੋਤਵਾਲ ਹਾਂ। ਜੱਲਾਦ ਤੋਂ ਨਾ ਰਿਹਾ ਗਿਆ, ਕਹਿੰਦਾ ਮੈਂ ਖਾਨਦਾਨੀ ਜੱਲਾਦ ਹਾਂ। ਸਾਡੇ ਬਾਪ ਦਾਦੇ ਵੀ ਇਹੋ ਜਿਹੇ ਫਤਵੇ ਦਿੰਦੇ ਆਏ ਨੇ ਤੇ ਇਹ ਕੁਝ ਕਰਦੇ ਆਏ ਨੇ। ਜਦ ਇਹ ਗੱਲ ਕਹੀ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਗੱਲ ਸੱਤ ਕੀਤੀ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹੀ ਸੀ। ਕਹਿ ਦਿੱਤਾ ਕਿ ਮਾਲਕ ਵਾਹਿਗੁਰੂ ਨੇ ਕਮਾਲ ਦਾ ਸਬਬ ਬਣਾਇਆ ਹੈ। तू खानदानी काजी है, तू खानदानी कोतवाल है, तू खानदानी जल्लाद है, पर एक गल याद रखना, मैं भी खानदानी शहीद हाँ। मेरे अजदाद से मिला है मुझे विरसा शहादत का, मेरी औलाद को जागीर है जामे शहादत की, मेरी औलाद को जागीर है जामे शहादत की। मेरे दादा गुरु गुरु अर्जन देव साहब जी नूं मैनूं ये विरासत च शहीदी देनी मिलिया है ते ये मैं अगे अपनी औलाद नूं दे चलिया। ते गल याद रखना, तुहाडे खानदान विच काजी कोतवाल जल्लाद पैदा होने बंद हो जाणगे, पर मेरे खानदान विच शहीद पैदा होने बंद नहीं होणगे। मेरे खानदान विच शहीद पैदा होने बंद नहीं होणगे। इहो जिहा इनकलाब, इहो जी क्रांति गुरु अर्जन देव साहब जी की शहीदी लैके आई। वो शहीदी साका इतना दर्दीला ते दर्दनाक है कि लेखक भी लिखण लग्या कहंदा है कि कलम लहू दे हंझू घेरदी है, अखां रोंदियां ने, दिल पाट जांदा है ते जान हैरान हुंदी है। इहो जिहा शहीदी साका गुरु अर्जन देव साहब जी ने वरताया। सिजदा है। वाहिगुरू जी का खालसा, वाहिगुरू जी की फतेह।